कि ਜਿਹੜੀਆਂ ਪਹਿਲੀਆਂ ਡਿਵੈਲਪ ਹੋਈਆਂ ਕਲੋਨੀਆਂ ਨੇ ਇਲੀਗਲ ਤੌਰ ਤੇ ਬਣੀਆਂ ਹੋਈਆਂ ਉਹਨਾਂ ਨੂੰ ਇੱਕ ਵਾਰ ਵਨ ਟਾਈਮ ਸੈਟਲਮੈਂਟ ਕਰਕੇ ਰੈਗੂਲਰਾਈਜ਼ ਕਰ ਦਿੱਤਾ ਜਾਵੇ ਔਰ ਅੱਗੇ ਵਾਸਤੇ ਕੋਈ ਹੋਰ ਨਵੀਂ ਇਲੀਗਲ ਕਲੋਨੀ ਅਨਅਪਰੂਵਡ ਕਲੋਨੀ ਨਾ ਬਣ ਦਿੱਤੀ ਜਾਵੇ। ਉਸ ਤੋਂ ਬਾਅਦ ਇਸ ਦਾ ਪੂਰਾ ਮਿਸਯੂਜ਼ ਹੋਇਆ ਔਰ ਜਿਹਦੀ ਇੱਕ ਐਗਜ਼ਾਮਪਲ ਪੈਰਾਗਨ ਵਾਟਰਫਰੰਟ ਦਾ ਪ੍ਰੋਜੈਕਟ ਹੈ। इस प्रोजैक्ट ਨੂੰ ਰੈਗੂਲਰਾਈਜ਼ ਕਰਾਉਣ ਦੇ ਲਈ ਫਾਈਲ ਅਪਲਾਈ ਕੀਤੀ ਗਈ 2020 ਦੇ ਵਿੱਚ ਜਦੋਂ ਇਹ ਪ੍ਰੋਜੈਕਟ ਹਜੇ ਗਰਾਊਂਡ ਤੇ ਨਹੀਂ ਸੀਗਾ ਔਰ ਇਹ ਕਹਿ ਕੇ ਕਿ ਹਾਂਜੀ 2018 ਤੋਂ ਪਹਿਲਾਂ ਦਾ ਇਹ ਅਸੀਂ ਡਿਵੈਲਪ ਕੀਤਾ ਹੋਇਆ। मतलब कहने का मतलब है कागजां 'ਚ प्रोजैक्ट खड़ा करके कागजां 'ਚ बेच दिता जबकि एक्चुअल 'ਚ कुछ भी नहीं सी। नवंबर 2021 ਦੇ ਵਿੱਚ ਕੰਪਲੇਂਟ ਕੀਤੀ ਮਿਊਨਿਸਪਲ ਕਮਿਸ਼ਨਰ ਜਿਹੜੇ ਉਸ ਟਾਈਮ ਦੇ ਸੀਗੇ ਪ੍ਰਦੀਪ ਸੱਭਰਵਾਲ ਜੀ। ਜਦੋਂ ਰੈਗੂਲਰਾਈਜੇਸ਼ਨ ਦਾ ਸਰਟੀਫਿਕੇਟ ਇਹਨਾਂ ਨੇ ਆਪਦੇ ਸਾਈਨਾਂ ਥੱਲੇ ਦਿੱਤਾ ਤੋਂ 2 ਮਹੀਨੇ ਬਾਅਦ ਹੀ ਡਿਵੈਲਪਰ ਦੇ ਨਾਮ ਤੇ ਸਾਰੇ ਦੇ ਸਾਰੇ ਨਕਸ਼ੇ ਪਾਸ ਕਰ ਦਿੱਤੇ ਗਏ। ਬਾਜ਼ਾਰ 'ਚ ਕਿਹਾ ਜਾਂਦਾ ਕਿ ਜਾਲੀ ਸਟਾਂਪ ਮਿਲਦੇ ਆ ਜਾਂ ਬੈਕ ਡੇਟ 'ਚ ਮਿਲਦੇ ਆ, ਉਹ ਇੱਕ ਅਲੱਗ ਸਕੈਂਡਲ ਹੈ, ਉਹ ਵੀ ਜਾਂਚ ਦਾ ਵਿਸ਼ੇ। ਔਰ ਜਿਹੜੇ ਉਹ ਸਟਾਂਪ ਵਰਤੇ ਗਏ ਨੇ ਉਹਨਾਂ ਦੇ ਉੱਤੇ ਸਟਾਂਪ ਫਰੋਸ਼ਾਂ ਨੇ ਡੇਟ 2018 ਤੋਂ ਪਹਿਲਾਂ ਦੀਆਂ ਡੇਟਾਂ ਪਾ ਕੇ ਸਟਾਂਪ ਵੇਚੇ ਹੋਏ ਨੇ। 2023 ਆ ਗਿਆ, 2023 ਤੱਕ ਹਜੇ ਤੱਕ ਕੰਸਟਰਕਸ਼ਨ ਕੰਪਲੀਟ ਨਹੀਂ ਹੋਈ ਔਰ ਹਜੇ ਵੀ ਕੰਸਟਰਕਸ਼ਨ ਚੱਲ ਰਹੀ ਹੈ। ਇਹ 2018 ਤੋਂ ਨਹੀਂ ਕੰਸਟਰਕਸ਼ਨ ਸ਼ੁਰੂ ਹੋਈ, 2020 ਤੋਂ ਬਾਅਦ ਸ਼ੁਰੂ ਹੋਈ ਸੀਗੀ। ਵਿਜੀਲੈਂਸ ਇਨਕੁਆਇਰੀ ਜਦੋਂ ਤੱਕ ਕਲੀਨ ਚਿੱਟ ਨਹੀਂ ਦਿੰਦਾ ਔਰ ਉਦੋਂ ਤੱਕ ਡਿਸਪਿਊਟਡ ਹੈ। ਕੀ ਕੰਪਲੇਂਟ ਹੁੰਦੀ ਆ ਉਹਨਾਂ ਨੂੰ ਸਭ ਨੂੰ ਪਤਾ ਲੱਗ ਗਿਆ ਕਿ ਹਾਂਜੀ ਇਹਨੇ ਨਹੀਂ ਵਿਕਣਾ। ਹੁਣ ਇਹ ਹਾਲਾਤ ਬਣ ਗਏ ਨੇ, ਤੂੰ ਨਹੀਂ ਵਿਕੇਗਾ ਤਾਂ ਕੋਈ ਗੱਲ ਨਹੀਂ, ਬਾਕੀ ਦਾ ਸਿਸਟਮ ਤਾਂ ਵਿਕੂਗਾ। जनहितैषी टीआरपी नहीं खरीदते, भरोसा जीतते हैं हम। नमस्कार, सत श्री अकाल, आदाब। एक बार फिर खड़े हैं लुधियाना शहर ਦੇ ਵਿੱਚ। ਲੁਧਿਆਣਾ ਸ਼ਹਿਰ ਨੂੰ ਬਹੁਤ ਹੀ ਜਲਦ ਮੈਨੂੰ ਲੱਗਦਾ ਨਾਮ ਦੇ ਦਿੱਤਾ ਜਾਏਗਾ ਕਿ ਘੁਟਾਲਿਆਂ ਦਾ ਸ਼ਹਿਰ, ਜਿੱਥੇ ਇਹਨੂੰ ਕਾਰੋਬਾਰੀ ਸ਼ਹਿਰ ਕਿਹਾ ਜਾਂਦਾ ਸੀ, ਪਰ ਹੁਣ ਮੈਨੂੰ ਐਂ ਲੱਗਦਾ ਆਏ ਦਿਨ ਜਿੱਦਾਂ ਦੇ ਘੁਟਾਲੇ ਕਰਪਸ਼ਨਸ ਦੀ ਚੀਜ਼ਾਂ ਸਾਹਮਣੇ ਆ ਰਹੀਆਂ, ਇਹਨੂੰ ਬਹੁਤ ਜਲਦੀ ਕਿਤੇ ਇਹਦਾ ਨਾਮ ਘੁਟਾਲਿਆਂ ਦਾ ਸ਼ਹਿਰ ਨਾ ਰੱਖ ਦਿੱਤਾ ਜਾਏ। ਸੋ ਵੱਡੇ ਵੱਡੇ ਰਸੂਖਦਾਰ ਹੁਣ ਘੁਟਾਲਿਆਂ ਦੇ ਵਿੱਚ ਜਿਹੜੇ ਉਹਨਾਂ ਦੀ ਸ਼ਮੂਲੀਅਤ ਜਿਹੜੀ ਨਜ਼ਰ ਆ ਰਹੀ ਹੈ, ਇਹ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ। ਅੱਗੇ ਸਿਰਫ ਅਧਿਕਾਰੀ ਹੁੰਦੇ ਸੀਗੇ, ਹੁਣ ਵੱਡੇ ਰਸੂਖਦਾਰ ਜਿਹੜੇ ਕਾਰੋਬਾਰੀ ਹੈ ਉਹ ਵੀ ਸ਼ਾਮਲ ਹੈ। ਤਾਜ਼ਾ ਮਾਮਲਾ ਅਸੀਂ ਲੈ ਕੇ ਆਏ ਹਾਂ, ਖੜੇ ਹਾਂ ਲੁਧਿਆਣਾ ਦੇ ਸਾਊਦਰਨ ਬਾਈਪਾਸ 'ਤੇ, ਜਿੱਥੇ ਕਿ ਨੈਸ਼ਨਲ ਹਾਈਵੇ 'ਤੇ ਪੈਰਾਗਨ ਵਾਟਰਫਰੰਟ ਨਾਮ ਦੇ ਇੱਕ ਜਿਹੜਾ ਪ੍ਰੋਜੈਕਟ ਹੈ, ਕਮਰਸ਼ੀਅਲ ਪ੍ਰੋਜੈਕਟ ਹੈ। ਸੋ ਇਸ ਨੂੰ ਲੈ ਕੇ ਕੰਪਲੇਂਟ ਕੀਤੀ ਗਈ ਸੀ ਕੁਲਦੀਪ ਖਹਿਰਾ ਜੀ ਵੱਲੋਂ। ਸੋ ਕੀ ਇਸ ਦੇ ਵਿੱਚ ਤਾਜ਼ਾ ਮਾਮਲਾ ਹੈ, ਇਹ ਲੇਟੈਸਟ ਅਪਡੇਟ ਦੇ ਨਾਲ ਅਸੀਂ ਰੂਬਰੂ ਹੋ ਰਹੇ ਹਾਂ। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਸ ਤਰ੍ਹਾਂ ਹੈ ਜੀ, ਇਹ ਮਾਮਲਾ ਹੈਗਾ 2018 ਦੇ ਵਿੱਚ ਰੈਗੂਲਰਾਈਜੇਸ਼ਨ ਦੀ ਪਾਲਿਸੀ ਲੈ ਕੇ ਆਂਦੀ ਸੀ ਗਵਰਨਮੈਂਟ ਨੇ। ਠੀਕ ਹੈ ਕਿ ਜਿਹੜੀਆਂ ਪਹਿਲੀਆਂ ਡਿਵੈਲਪ ਹੋਈਆਂ ਕਲੋਨੀਆਂ ਨੇ ਇਲੀਗਲ ਤੌਰ ਤੇ ਬਣੀਆਂ ਹੋਈਆਂ ਉਹਨਾਂ ਨੂੰ ਇੱਕ ਵਾਰ ਵਨ ਟਾਈਮ ਸੈਟਲਮੈਂਟ ਕਰਕੇ ਰੈਗੂਲਰਾਈਜ਼ ਕਰ ਦਿੱਤਾ ਜਾਵੇ ਔਰ ਅੱਗੇ ਵਾਸਤੇ ਕੋਈ ਹੋਰ ਨਵੀਂ ਇਲੀਗਲ ਕਲੋਨੀ ਅਨਅਪਰੂਵਡ ਕਲੋਨੀ ਨਾ ਬਣ ਦਿੱਤੀ ਜਾਵੇ। ਉਸ ਤੋਂ ਬਾਅਦ ਇਸ ਦਾ ਪੂਰਾ ਮਿਸਯੂਜ਼ ਹੋਇਆ ਔਰ ਜਿਹਦੀ ਇੱਕ ਐਗਜ਼ਾਮਪਲ ਪੈਰਾਗਨ ਵਾਟਰਫਰੰਟ ਦਾ ਪ੍ਰੋਜੈਕਟ ਹੈ, ਜਿਹਦੇ ਵਿੱਚ ਜਿਹੜੀ ਕਲੋਨੀ ਇਹ ਕਮਰਸ਼ੀਅਲ ਪ੍ਰੋਜੈਕਟ ਹੈ ਇਹ ਬਣਨ ਲੱਗਿਆ 2020 ਦੇ ਵਿੱਚ ਔਰ ਇਹਦੇ ਡਾਕੂਮੈਂਟਸ ਤਿਆਰ ਕੀਤੇ ਜੀ ਕਿ ਅਸੀਂ 25% ਜਿਹੜਾ ਹੈਗਾ ਏਰੀਆ ਅਸੀਂ 2018 ਤੋਂ ਪਹਿਲਾਂ ਵੇਚ ਚੁੱਕੇ ਹਾਂ ਔਰ ਇਹਦੇ ਫੁੱਲ ਐਂਡ ਫਾਈਨਲ ਦੇ ਐਗਰੀਮੈਂਟਸ ਤਿਆਰ ਕੀਤੇ ਗਏ ਔਰ ਉਹਨਾਂ ਐਗਰੀਮੈਂਟਸ ਦੇ ਬੇਸ 'ਤੇ ਇਸ ਪ੍ਰੋਜੈਕਟ ਨੂੰ ਰੈਗੂਲਰਾਈਜ਼ ਕਰਾਉਣ ਦੇ ਲਈ ਫਾਈਲ ਅਪਲਾਈ ਕੀਤੀ ਗਈ 2020 ਦੇ ਵਿੱਚ ਜਦੋਂ ਇਹ ਪ੍ਰੋਜੈਕਟ ਹਜੇ ਗਰਾਊਂਡ 'ਤੇ ਨਹੀਂ ਸੀਗਾ ਔਰ ਇਹ ਕਹਿ ਕੇ ਕਿ ਹਾਂਜੀ 2018 ਤੋਂ ਪਹਿਲਾਂ ਦਾ ਇਹ ਅਸੀਂ ਡਿਵੈਲਪ ਕੀਤਾ ਹੋਇਆ।
ਮਤਲਬ ਕਹਿਣ ਦਾ ਮਤਲਬ ਹੈ ਕਾਗਜ਼ਾਂ 'ਚ ਹੀ ਪ੍ਰੋਜੈਕਟ ਖੜਾ ਕਰਕੇ ਕਾਗਜ਼ਾਂ 'ਚ ਹੀ ਵੇਚ ਦਿੱਤਾ, ਜਦ ਕਿ ਐਕਚੁਅਲ 'ਚ ਕੁਝ ਵੀ ਨਹੀਂ ਐਕਚੁਅਲ ਸੀਗਾ। 'ਚ ਇਹ 2020 ਤੋਂ ਬਣਨਾ ਸ਼ੁਰੂ ਹੋਇਆ ਜੀ। ਔਰ ਇਹਦੀ ਇਨਫੋਰਮੇਸ਼ਨ ਮੈਂ ਆਰਟੀਆਈ ਦੇ ਵਿੱਚ ਲੈ ਕੇ ਔਰ ਜੋ ਇਨਫੋਰਮੇਸ਼ਨ ਕਹਿੰਦੀ ਸੀ ਉਸ ਦੇ ਬੇਸ ਤੇ ਡਾਕੂਮੈਂਟਰੀ ਪ੍ਰੂਫ ਨਾਲ ਲਗਾ ਕੇ ਮੈਂ ਇਹਦੀ ਵਿਜੀਲੈਂਸ ਨੂੰ ਕੰਪਲੇਂਟ ਕੀਤੀ ਨਵੰਬਰ 2021 ਦੇ ਵਿੱਚ। ਨਵੰਬਰ 2021 ਦੇ ਵਿੱਚ ਕੰਪਲੇਂਟ ਕੀਤੀ ਮਿਊਨਿਸਪਲ ਕਮਿਸ਼ਨਰ ਜਿਹੜੇ ਉਸ ਟਾਈਮ ਦੇ ਸੀਗੇ ਪ੍ਰਦੀਪ ਸੱਭਰਵਾਲ ਜੀ, ਕਿਉਂਕਿ ਜਦੋਂ ਰੈਗੂਲਰਾਈਜੇਸ਼ਨ ਦਾ ਸਰਟੀਫਿਕੇਟ ਇਹਨਾਂ ਨੇ ਆਪਦੇ ਸਾਈਨਾਂ ਥੱਲੇ ਦਿੱਤਾ ਇਸ ਪ੍ਰੋਜੈਕਟ ਨੂੰ 2021 ਦੇ ਵਿੱਚ, ਤਾਂ ਉਸ ਤੋਂ 2 ਮਹੀਨੇ ਬਾਅਦ ਹੀ ਡਿਵੈਲਪਰ ਦੇ ਨਾਮ ਤੇ ਸਾਰੇ ਦੇ ਸਾਰੇ ਨਕਸ਼ੇ ਪਾਸ ਕਰ ਦਿੱਤੇ ਗਏ, ਜਦੋਂ ਕਿ ਰੈਗੂਲਰਾਈਜੇਸ਼ਨ ਵਾਲੀ ਫਾਈਲ ਦੇ ਵਿੱਚ ਉਹ ਜਿਹੜੇ ਸੀਗੇ SCOs ਵਗੈਰਾ ਉਹ ਪਹਿਲਾਂ ਫੁੱਲ ਐਂਡ ਫਾਈਨਲ ਦੇ ਆਧਾਰ ਡਾਕੂਮੈਂਟਸ ਕਹਿ ਰਹੇ ਸੀਗੇ ਕਿ ਹਾਂਜੀ ਆਲਰੇਡੀ ਵਿਕੇ ਹੋਏ ਨੇ। ਜੇਕਰ ਪਹਿਲਾਂ ਵਿਕੇ ਹੋਏ ਸੀਗੇ ਤਾਂ ਡਿਵੈਲਪਰ ਆਪਦੇ ਨਾਂ ਤੇ ਕਿਉਂ ਪਾਸ ਕਰਵਾਊਗਾ? ਬਿਲਕੁਲ ਠੀਕ, ਇਹੀ ਕੁਐਸਚਨ ਮਾਰਕ ਖੜਾ ਹੁੰਦਾ ਸੀਗਾ। ਉਸ ਤੋਂ ਪਹਿਲਾਂ ਇਹ ਤਾਂ ਚਲੋ ਇੱਕ ਕੁਐਸਚਨ ਮਾਰਕ ਖੜਾ ਹੁੰਦਾ ਸੀ। ਜਿਹੜੀ ਗੱਲ ਤੁਸੀਂ ਹੁਣੇ ਦੱਸੀ, ਇਸ 'ਚ ਸਭ ਤੋਂ ਵੱਡਾ ਕੁਐਸਚਨ ਤਾਂ ਇਹ ਹੋ ਗਿਆ ਕਿ ਇੱਕ ਘੁਟਾਲੇ ਦੇ ਵਿੱਚ ਘੁਟਾਲਾ ਮੈਨੂੰ ਜੋ ਸਮਝ ਲੱਗ ਰਿਹਾ ਕਿ ਵੱਡਾ ਜਿਹੜੇ ਬੈਕ ਡੇਟ 'ਚ ਤਿਆਰ ਕੀਤੇ ਗਏ ਕਾਗਜ਼ 'ਚ, ਇਹਦਾ ਮਤਲਬ ਬੈਕ ਡੇਟ 'ਚ ਸਟਾਂਪ ਕਿੱਥੋਂ ਆਏ? ਇਹਦਾ ਮਤਲਬ ਜਿਹੜਾ ਸਟਾਮਾਂ ਦੇ ਅੱਜ ਤੱਕ ਬਾਜ਼ਾਰ 'ਚ ਕਿਹਾ ਜਾਂਦਾ ਕਿ ਜਾਲੀ ਸਟਾਂਪ ਮਿਲਦੇ ਆ ਜਾਂ ਬੈਕ ਡੇਟ 'ਚ ਮਿਲਦੇ ਆ, ਉਹ ਇੱਕ ਅਲੱਗ ਸਕੈਂਡਲ ਹੈ, ਉਹ ਵੀ ਜਾਂਚ ਦਾ ਵਿਸ਼ੇ। ਉਹ ਮੈਟਰ ਆਫ ਇਨਵੈਸਟੀਗੇਸ਼ਨ ਇਸ ਪ੍ਰੋਜੈਕਟ ਦਾ ਤਾਂ ਸੀਗਾ ਕਿ ਹਾਂਜੀ ਕਿਤੇ ਪੁਰਾਣੇ ਤਾਂ ਨਹੀਂ ਨਵੇਂ ਵਾਲੇ ਸਟਾਂਪ ਪੁਰਾਣੇ ਡੇਟ ਕਹਿ ਕੇ ਤਾਂ ਨਹੀਂ ਕੀਤੇ ਗਏ, ਪਰ ਸਾਡੇ ਕੋਲ ਇਦਾਂ ਦੇ ਵੀ ਐਗਜ਼ਾਮਪਲਸ ਹੁਣ ਆ ਚੁੱਕੀਆਂ ਨੇ ਹੋਰ ਕਲੋਨੀਆਂ ਦੀਆਂ ਜਿਹਦੇ ਵਿੱਚ ਜਿਹੜਾ ਟ੍ਰੈਜਰੀ ਆਫਿਸ ਹੈ ਉਹਨਾਂ ਨੇ ਜਿਹੜੇ ਅਸਟਾਮ ਨੇ ਉਹਨਾਂ ਨੇ ਇਸ਼ੂ ਉਹ ਅਸਟਾਮ ਉਹ ਸੀਰੀਜ਼ ਮਾਰਚ 2018 ਤੋਂ ਬਾਅਦ ਕੀਤੀਆਂ ਹੋਈਆਂ ਨੇ ਔਰ ਜਿਹੜੇ ਉਹ ਅਸਟਾਮ ਵਰਤੇ ਗਏ ਨੇ ਉਹਨਾਂ ਦੇ ਉੱਤੇ ਅਸਟਾਮ ਫਰੋਸ਼ਾਂ ਨੇ ਡੇਟ 2018 ਤੋਂ ਪਹਿਲਾਂ ਦੀਆਂ ਡੇਟਾਂ ਪਾ ਕੇ ਅਸਟਾਮ ਵੇਚੇ ਹੋਏ ਨੇ। ਉਹ ਵੀ ਇਸੇ ਸਕੈਂਡਲ ਦੇ ਵਿੱਚੋਂ ਹੀ ਨਿਕਲੇ ਨੇ। ਉਹ ਅਲੱਗ ਕਲੋਨਾਈਜ਼ਰਾਂ ਨੇ ਵਰਤੇ ਹੋਏ ਨੇ ਜੀ ਔਰ ਉਹ ਐਕਸਪੋਜ਼ ਹੋ ਚੁੱਕਿਆ। ਇਹਦੇ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਨੇ ਔਰ ਜਿਹੜਾ ਆਹ ਸਾਰਾ ਪ੍ਰੋਜੈਕਟ ਹੈ ਇਹਦੀ ਕੰਪਲੇਂਟ ਨਵੰਬਰ 2021 ਤੋਂ ਵਿਜੀਲੈਂਸ ਕੋਲ ਪੈਂਡਿੰਗ ਹੈ। ਲੁਧਿਆਣਾ ਵਿਜੀਲੈਂਸ ਨੂੰ ਇਹ ਮਾਰਕ ਹੋ ਕੇ ਚੰਡੀਗੜ੍ਹੋਂ ਆ ਗਈ ਸੀ 2022 ਦੇ ਵਿੱਚ। ਉਸ ਤੋਂ ਲੈ ਕੇ ਅੱਜ ਤੱਕ ਹਜੇ ਮੈਟਰ ਅੰਡਰ ਇਨਵੈਸਟੀਗੇਸ਼ਨ ਚਲਾ ਰਹੇ ਨੇ ਔਰ ਜਿਹੜੀ ਚੀਜ਼ ਔਨ ਰਿਕਾਰਡ ਪ੍ਰੂਵਡ ਹੈ ਕਿ ਇਹ ਪ੍ਰੋਜੈਕਟ 2020 ਤੋਂ ਬਾਅਦ ਬਣਨਾ ਸ਼ੁਰੂ ਹੋਇਆ, ਕਿਉਂਕਿ ਮੈਂ ਗੂਗਲ ਦੀਆਂ ਇਮੇਜਸ 2020 ਦੀਆਂ ਔਰ 2021 ਦੀਆਂ ਨਾਲ ਲਗਾ ਦਿੱਤੀਆਂ ਸੀਗੀਆਂ। 2018 ਦੀ ਵੀ ਇਮੇਜ ਲਗਾ ਦਿੱਤੀਆਂ ਸੀਗੀਆਂ ਕਿ ਉਸ 2018 ਦੇ ਵਿੱਚ ਇਹ ਜ਼ਮੀਨ ਖਾਲੀ ਖੇਤ ਸੀਗੇ ਔਰ ਉਹ 2019 ਤੱਕ ਵੀ ਖਾਲੀ ਖੇਤ ਸੀਗੇ। 2020 ਤੋਂ ਬਾਅਦ ਇਹ ਡਿਵੈਲਪ ਹੋਣਾ ਸ਼ੁਰੂ ਹੋਇਆ ਔਰ ਉਸ ਚੀਜ਼ ਨੂੰ ਇਨਕਾਰ ਨਹੀਂ ਕਰ ਸਕਦੇ। ਪਰ ਅੱਜ ਵੀ ਕੰਮ ਚੱਲ ਰਿਹਾ ਹੈ, ਪੋਲਿਸ਼ਿੰਗ ਚੱਲ ਰਹੀ ਹੈ, ਜਿਵੇਂ ਲੱਗ ਰਿਹਾ ਕਿਰਾਏ ਤੇ ਚਾੜੇ ਜਾ ਰਹੇ ਅੱਜ ਹੁਣ 2023 ਆ ਗਿਆ, 2023 ਤੱਕ ਹਜੇ ਤੱਕ ਕੰਸਟਰਕਸ਼ਨ ਕੰਪਲੀਟ ਨਹੀਂ ਹੋਈ ਔਰ ਹਜੇ ਵੀ ਕੰਸਟਰਕਸ਼ਨ ਚੱਲ ਰਹੀ ਹੈ। ਇਹ 2018 ਤੋਂ ਨਹੀਂ ਕੰਸਟਰਕਸ਼ਨ ਸ਼ੁਰੂ ਹੋਈ, 2020 ਤੋਂ ਬਾਅਦ ਸ਼ੁਰੂ ਹੋਈ ਸੀਗੀ ਔਰ ਇਹ ਗੱਲ ਅਫਸਰਾਂ ਨੂੰ ਨਹੀਂ ਦਿਖ ਰਹੀ ਔਰ ਵਿਜੀਲੈਂਸ ਤੋਂ ਸਾਨੂੰ ਹਜੇ ਵੀ ਯਕੀਨ ਹੈ ਕਿ ਸਾਨੂੰ ਇਨਸਾਫ ਮਿਲੇਗਾ ਔਰ ਪਤਾ ਨਹੀਂ ਕਿ ਕਿਉਂ ਡਿਲੇ ਹੋ ਰਿਹਾ ਜੀ। ਕਿੰਨੀ ਕੁ ਜਗ੍ਹਾ 'ਚ ਇਹ ਪ੍ਰੋਜੈਕਟ ਹੈਗਾ? ਇਹ ਲਗਭਗ 2 ਏਕੜ ਦੇ ਕਰੀਬ ਪ੍ਰੋਜੈਕਟ ਹੈ, ਪਰ ਇਹਦੇ ਵਿੱਚ ਕੁਝ ਏਰੀਆ ਵਕਫ ਬੋਰਡ ਦੀ ਜ਼ਮੀਨ ਇਹਨਾਂ ਨੇ ਆਪਦੀ ਪਾਰਕਿੰਗ ਵਾਸਤੇ ਲਈ ਸੀਗੀ, ਪਾਰਕਿੰਗ ਵਾਸਤੇ ਯੂਜ਼ ਕਰ ਰਹੇ ਨੇ, ਜਿਹੜੀ ਕਿ ਇਹਨਾਂ ਨੂੰ ਅਲਾਟਮੈਂਟ ਵਕਫ ਬੋਰਡ ਵੱਲੋਂ ਚੈਰੀਟੇਬਲ ਡਿਸਪੈਂਸਰੀ ਔਰ ਪਾਰਕਿੰਗ ਵਾਸਤੇ ਹੋਈ ਸੀ ਔਰ ਉਹਦੇ ਉੱਤੇ ਪੱਕੀ ਕੰਸਟਰਕਸ਼ਨ ਨਹੀਂ ਕਰ ਸਕਦੇ, ਜਿਹੜੀ ਕਿ ਮੌਕੇ ਤੇ ਜਾ ਕੇ ਵਿਜੀਲੈਂਸ ਇਨਕੁਆਇਰੀ ਕਰੇ ਕਿ ਹਾਂਜੀ ਕੀ ਉਸ ਏਰੀਏ ਦੇ ਵਿੱਚ ਪੱਕੀ ਕੰਸਟਰਕਸ਼ਨ ਤਾਂ ਨਹੀਂ ਹੋਈ ਜੀ। ਸੋ ਕੁੱਲ ਮਿਲਾ ਕੇ ਜਿਹੜਾ ਇਹ ਕਹਿ ਰਹੇ ਹੋ ਕਿ ਕਾਫੀ ਇੱਕ ਨਹੀਂ ਬਹੁਤ ਸਾਰੀ ਅਨਿਯਮਿਤਾਵਾਂ ਹੈ, ਜਿੱਥੇ ਕਿ ਪ੍ਰੋਜੈਕਟ 2000 ਮਤਲਬ ਰੈਗੂਲਰਾਈਜ਼ ਸਕੀਮ ਤੋਂ ਬਾਅਦ ਇਹਨੂੰ ਜਿਹੜਾ ਹੈਗਾ ਕੀਤਾ ਗਿਆ, ਮਤਲਬ ਬੈਕ ਡੇਟ ਦੇ ਵਿੱਚ ਇਹਨੂੰ ਪ੍ਰੋਜੈਕਟ ਨੂੰ ਪਾਇਆ ਗਿਆ। ਉੱਥੇ ਹੀ ਜਿਹੜਾ ਵਕਫ ਬੋਰਡ ਦੀ ਜਗ੍ਹਾ ਦਾ ਮਾਮਲਾ ਵੀ ਅਲੱਗ ਹੈ। ਸੋ ਹਜੇ ਤੱਕ ਕੰਸਟਰਕਸ਼ਨਾਂ ਚੱਲ ਰਹੀਆਂ। ਸੋ ਟੋਟਲ ਇਸ ਪ੍ਰੋਜੈਕਟ 'ਚ ਬਣਾਇਆ ਕੀ ਜਾ ਰਿਹਾ? ਇਹਦੇ ਵਿੱਚ 26 SCOs ਹੈਗੇ ਨੇ ਜੀ, 2 ਰੈਸਟੋਰੈਂਟ ਹੈਗੇ ਨੇ ਜੋ ਇਹਨਾਂ ਦਾ ਪਲਾਨ ਸੀਗਾ
ਉਹ ਦੇਖ ਕੇ ਇਹ ਪਤਾ ਲੱਗਿਆ, ਕਿਉਂਕਿ ਗਰਾਊਂਡ ਤੇ ਅੰਦਰ ਜਾ ਕੇ ਤਾਂ ਮੈਂ ਦੇਖਿਆ ਨਹੀਂ, ਪਰ ਜੋ ਅਪਰੂਵਡ ਮੈਪ ਹੈ ਉਹਦੇ ਹਿਸਾਬ ਨਾਲ 26 ਐਸਯੂਜ਼ ਤੇ 2 ਰੈਸਟੋਰੈਂਟ ਨੇ। ਸੋ ਟੋਟਲ ਦਾ ਟੋਟਲ ਤੁਹਾਡੇ ਹਿਸਾਬ ਨਾਲ ਆਰੋਪ ਲਗਾ ਰਹੇ ਕਿ ਇਹ ਡਿਸਪਿਊਟਡ ਹੈ। ਡਿਸਪਿਊਟਡ ਹੈ ਜੀ, ਕਿਉਂਕਿ ਵਿਜੀਲੈਂਸ ਇਨਕੁਆਇਰੀ ਜਦੋਂ ਤੱਕ ਕਲੀਨ ਚਿੱਟ ਨਹੀਂ ਦਿੰਦਾ ਔਰ ਉਦੋਂ ਤੱਕ ਡਿਸਪਿਊਟਡ ਹੈ। ਸੋ ਵਿਜੀਲੈਂਸ ਦੀ ਇਨਕੁਆਇਰੀ ਕਿਹੜੇ ਈਓ ਵਿੰਗ 'ਚ ਚੱਲ ਰਹੀ ਹੈ ਜਾਂ ਦੂਸਰੇ ਨਾਰਮਲ? ਦੂਸਰੇ ਮੇਨ ਆਫਿਸ ਦੇ ਵਿੱਚ ਚੱਲ ਰਹੀ ਹੈ ਜੀ, ਈਓ ਵਿੰਗ ਦੇ ਵਿੱਚ ਨਹੀਂ ਹੈਗੀ। ਤੁਸੀਂ ਮਿਲੇ ਉਹਨਾਂ ਨੂੰ ਜਾ ਕੇ? ਅਫਸਰਾਂ ਨੂੰ ਬਾਰ-ਬਾਰ ਮਿਲਦਾ ਰਿਹਾ ਜੀ। ਪਹਿਲਾਂ ਡੀਐਸਪੀ ਬਲਵਿੰਦਰ ਸਿੰਘ ਜਸਵਿੰਦਰ ਸਿੰਘ ਸੀਗੇ, ਇਨਕੁਆਇਰੀ ਕਰ ਰਹੇ ਸੀਗੇ, ਔਰ ਹੁਣ ਇੱਕ ਹੋਰ ਡੀਐਸਪੀ ਇਨਕੁਆਇਰੀ ਕਰ ਰਹੇ ਨੇ, ਉਹਨਾਂ ਦਾ ਮੈਨੂੰ ਨਾਮ ਨਹੀਂ ਯਾਦ। ਅਕਸਰ ਦੇਖਿਆ ਜਾਂਦਾ ਏਡਾ ਵੱਡੇ ਪ੍ਰੋਜੈਕਟ ਦੇ ਵਿੱਚ ਜਦੋਂ ਤੁਹਾਡੇ ਵਰਗੇ ਲੋਕ ਸਾਹਮਣੇ ਆ ਕੇ ਇੱਦਾਂ ਦੀ ਗੱਲ ਕਰਦੇ ਆ, ਕੰਪਲੇਂਟ ਕਰਦੇ ਆ, ਤੇ ਉਹਨਾਂ ਨੂੰ ਬੜੀਆਂ ਆਫਰਾਂ ਆਉਂਦੀਆਂ, ਉਹਨਾਂ ਨੂੰ ਵੀ ਬੜੇ ਗੱਫੇ ਦਿੱਤੇ ਜਾਂਦੇ ਆ। ਤੁਹਾਨੂੰ ਕਦੀ ਇੱਦਾਂ ਦੀ ਕੋਈ ਆਫਰ ਹੋਈ? ਸਰ 2000 ਇਹ ਸੋਸ਼ਲ ਜਾਂ ਆਰਟੀਆਈ ਦਾ ਜਿਵੇਂ ਜਨੂਨ 2007 ਦਾ ਸ਼ੁਰੂ ਹੋਇਆ ਪਿਆ, ਪਹਿਲਾਂ ਪਹਿਲ ਬਹੁਤ ਕੁਝ ਹੁੰਦਾ ਰਿਹਾ, ਆਫਰਾਂ ਵੀ ਆਉਂਦੀਆਂ ਰਹੀਆਂ, ਥ੍ਰੈਟ ਵੀ ਆਏ ਨੇ, ਪਰਚੇ ਵੀ ਹੋਏ ਨੇ, ਪਰ ਹੁਣ ਜਿਹਦੀ ਕੰਪਲੇਂਟ ਹੁੰਦੀ ਆ ਉਹਨਾਂ ਨੂੰ ਸਭ ਨੂੰ ਪਤਾ ਲੱਗ ਗਿਆ ਕਿ ਹਾਂਜੀ ਇਹਨੇ ਨਹੀਂ ਵਿਕਣਾ। ਹੁਣ ਇਹ ਹਾਲਾਤ ਬਣ ਗਏ ਨੇ, ਤੂੰ ਨਹੀਂ ਵਿਕੇਗਾ ਤਾਂ ਕੋਈ ਗੱਲ ਨਹੀਂ, ਬਾਕੀ ਦਾ ਸਿਸਟਮ ਤਾਂ ਵਿਕੂਗਾ। ਅੱਛਾ, ਉਹ ਅਗਲੇ ਉਹਨਾਂ ਨੂੰ ਖਰੀਦਦੇ ਖੜੇ ਰਹਿ ਜਾਂਦੇ, ਸਿਸਟਮ ਵਿਕ ਜਾਂਦਾ। ਸਿਸਟਮ ਵਿਕ ਜਾਂਦਾ ਜੀ। ਅਸੀਂ ਆਪਦੀ ਕੰਪਲੇਂਟ ਦੇ ਉੱਤੇ ਅੱਜ ਵੀ ਸਟੈਂਡ ਕਰਦੇ ਹਾਂ ਕਿ ਜਿਹੜੀ ਇਨਕੁਆਇਰੀ 6 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਣੀ ਚਾਹੀਦੀ ਸੀ, ਇਹਨੂੰ 2 ਸਾਲ ਕਿਉਂ ਲੱਗ ਰਹੇ ਨੇ ਜੀ? ਜੀ ਬਿਲਕੁਲ ਠੀਕ ਹੈ। ਸੋ ਕੁੱਲ ਮਿਲਾ ਕੇ ਤੁਸੀਂ ਜਿਹੜੇ ਨਵੇਂ ਹੁਣ ਵਿਜੀਲੈਂਸ ਦੇ ਅਧਿਕਾਰੀ ਹੈਗੇ ਆ, ਜਿਵੇਂ ਬਹੁਤ ਸਾਰੇ ਬਦਲ ਗਏ, ਕੀ ਉੱਚ ਅਧਿਕਾਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ? ਆਸ ਇਹੀ ਹੈ ਕਿ ਹਾਂਜੀ ਜਲਦੀ ਨਿਪਟਾਉਣ, ਉਹ ਆਪਦੀ ਪੈਂਡੈਂਸੀ ਚੈੱਕ ਕਰਨ ਜੀ। ਕੰਪਲੇਨੈਂਟ ਬਾਰ-ਬਾਰ ਕੀ ਜਾਵੇਗਾ? ਇਹ ਤਾਂ ਜਿਹੜੇ ਇਨਕੁਆਇਰੀ ਆਫੀਸਰ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹਨਾਂ ਕੋਲ ਫਾਈਲ ਪੈਂਡਿੰਗ ਕਿਉਂ ਹੈ, ਫਾਈਲ ਪੈਂਡੈਂਸੀ ਨਹੀਂ ਰਹਿਣੀ ਚਾਹੀਦੀ। ਔਰ ਜਿਹੜੇ ਹੈੱਡ ਆਫ ਦੀ ਡਿਪਾਰਟਮੈਂਟ ਵੀ ਹੁੰਦੇ ਨੇ, ਉਹ ਥੱਲੇੋਂ ਜਿਹੜੀ ਇਨਕੁਆਇਰੀ ਹੋ ਕੇ ਆ ਜਾਂਦੀ ਆ, ਉਹਦੇ ਵਿੱਚ ਮੈਰਿਟ ਦੇਖਣ ਕਿ ਜੀ ਕੀ ਉਹ ਇਨਕੁਆਇਰੀ ਠੀਕ ਹੋ ਕੇ ਆਈ ਹੈ, ਜੇ ਕਲੀਨ ਚਿੱਟ ਦਿੱਤੀ ਗਈ ਹੈ ਤਾਂ ਕੀ ਉਹ ਕਲੀਨ ਚਿੱਟ ਦੇਣੀ ਬਣਦੀ ਹੈ ਜਾਂ ਫੈਕਟਸ ਕਿਤੇ ਹੋਰ ਕੁਝ ਹੋਰ ਤਾਂ ਨਹੀਂ ਕਹਿ ਰਹੇ। ਠੀਕ ਹੈ, ਧੰਨਵਾਦ ਸਰ। ਸੋ ਦੋਸਤੋ, ਇਹ ਸੀ ਸਾਡੇ ਨਾਲ ਕੁਲਦੀਪ ਖਹਿਰਾ ਜੀ, ਜਿਹੜੇ ਕਿ ਆਰਟੀਆਈ ਐਕਟਿਵਿਸਟ ਹੈਗੇ ਆ, ਔਰ ਪੈਰਾਗਨ ਵਾਟਰ ਫਰੰਟ ਨੂੰ ਲੈ ਕੇ ਇਸ ਵੇਲੇ ਇਹਨਾਂ ਨੇ ਵੱਡੀ ਲੜਾਈ ਛੇੜੀ ਹੋਈ ਹੈ। ਵਿਜੀਲੈਂਸ ਦੇ ਵਿੱਚ ਜਾਂਚ ਚੱਲ ਰਹੀ ਹੈ, ਪਰ ਹੈਰਾਨੀਜਨਕ ਗੱਲ ਹੈ ਜਿਹੜੀ ਵਿਜੀਲੈਂਸ ਅੱਜ ਇੰਨੀ ਮੁਸਤੈਦ ਚੱਲ ਰਹੀ ਹੈ ਕਿ ਵੱਡੇ ਵੱਡੇ ਕਹਿ ਲਓ ਕਿ ਦਿਗਜਾਂ ਨੂੰ, ਨੇਤਾਵਾਂ ਨੂੰ, ਜਿਹੜੇ ਬਾਹੂਬਲੀਆਂ ਨੂੰ ਹੱਥ ਪਾ ਰਹੀ ਹੈ, ਉੱਥੇ ਹੀ ਇਸ ਪੈਰਾਗਨ ਵਾਟਰ ਫਰੰਟ ਦੀ ਜਿਹੜੀ ਇਨਕੁਆਇਰੀ ਹੈ ਉਹ ਪੈਂਡਿੰਗ ਕਿਉਂ ਹੈ, ਜਦਕਿ ਇਹਦੇ ਵਿੱਚ ਵਕਫ ਬੋਰਡ ਦੀ ਜਗ੍ਹਾ ਹੈਗੀ ਹੈ। ਬੜੇ ਸਾਰੇ ਸਵਾਲ ਕੀਤੇ ਜਾ ਰਹੇ ਨੇ। ਸਟਾਂਪ ਪੇਪਰ ਘੁਟਾਲੇ ਦੇ ਵੀ ਅੰਦੇਸ਼ੇ ਮਿਲ ਰਹੇ ਨੇ, ਕਿਉਂਕਿ ਕਿਹਾ ਜਾ ਰਿਹਾ ਹੈ ਕਿ 2020 ਦੇ ਵਿੱਚ ਜਿਹੜਾ ਪ੍ਰੋਜੈਕਟ ਨੂੰ ਪਾਸ ਰੈਗੂਲਰਾਈਜ਼ ਕਰਾਇਆ ਗਿਆ ਤੇ 2018 ਦੀ ਪਾਲਿਸੀ ਦੇ ਵਿੱਚ 2020 ਦੇ ਵਿੱਚ ਪਾਸ ਕਰਾਇਆ ਗਿਆ। ਸੋ ਬੈਕ ਡੇਟ 'ਚ ਪਾਸ ਕਰਾਇਆ ਗਿਆ। ਬਹੁਤ ਸਾਰੇ ਸਵਾਲ ਹੈ, ਬਹੁਤ ਸਾਰੇ ਆਰੋਪ ਲੱਗ ਰਹੇ ਨੇ। ਸੋ ਪੁੱਛਣ ਦੀ ਕੋਸ਼ਿਸ਼ ਕਰਾਂਗੇ ਵਿਜੀਲੈਂਸ ਅਧਿਕਾਰੀਆਂ ਨੂੰ ਵੀ ਕਿ ਕੀ ਮਾਮਲੇ ਦੀ ਤਾਜ਼ਾ ਜਾਣਕਾਰੀ।